ਹਾਂਜੀ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਮੇਰੇ ਨਾਲ ਜਿਹੜਾ ਹੈਪਨ ਹੋਇਆ ਮੈਂ ਦੱਸਣਾ ਸੀਗਾ। ਜ਼ਰੂਰ। ਮੈਨੂੰ ਆਲਮੋਸਟ 26 ਸਾਲ ਹੋ ਗਏ ਜੀ ਟਰੱਕ ਚਲਾਉਂਦੇ ਨੂੰ। ਤੇ ਮੈਂ ਆਪਣੇ ਲੋਡ ਆਪੇ ਚੱਕਦਾ ਸੀਗਾ, ਮੇਰਾ ਬ੍ਰਦਰ ਵੀ ਸੀ ਨਾਲ। ਅਸੀਂ ਮਤਲਬ ਕਿ ਬਹੁਤ ਵਧੀਆ ਹੁਣ ਤੱਕ ਹੀ ਕੰਮ ਹੋਇਆ। ਤੇ ਮੈਂ ਹੁਣ ਜਿੱਦਾਂ 2 ਸਾਲ ਤੋਂ ਕੰਮ ਛੱਡਣਾ ਚਾਹੁੰਦਾ ਸੀਗਾ ਟਰੱਕ ਦਾ, ਤੇ ਮੈਂ ਛੱਡਿਆ ਤੇ ਮੈਂ ਕੋਈ ਕੰਪਨੀ ਲੱਭਦਾ ਸੀਗਾ ਵੀ ਜਿਹੜਾ ਕੋਈ ਬਿਲਕੁਲ ਲੋਕਲ ਇੱਥੇ ਕੰਮ ਹੋਵੇ। ਤੇ ਚਲੋ ਮੈਨੂੰ ਖੈਰ ਉਹ ਕੰਪਨੀ ਮਿਲ ਗਈ। ਮੈਂ ਬਿਲਕੁਲ ਜਿਹੜੀ 40-50 ਮੀਲ ਦੇ ਅੰਦਰ ਅੰਦਰ ਕੰਮ ਕਰਦਾ ਆਪਣਾ, ਮਤਲਬ ਕਿ ਥੋੜਾ ਘਟਾਇਆ ਆਪਣਾ ਨਾ ਵੀ ਚਲੋ ਰਿਲੈਕਸ ਕਰੀਏ, ਹੁਣ ਬੱਚੇ ਹੋ ਗਏ ਜਵਾਨ। ਤੇ ਮੇਰੇ ਕਿਸੇ ਨੇ FMH ਤੇ ਜਾ ਕੇ ਉੱਥੇ ਮੇਰੀ ਈਮੇਲ ਵੀ ਚੇਂਜ ਕਰਤੀ ਤੇ ਮੇਰਾ ਫੋਨ ਨੰਬਰ ਵੀ ਚੇਂਜ ਕਰਤਾ। ਤੇ ਕਿਸੇ ਬ੍ਰੋਕਰ ਨੇ, ਉਹ ਬ੍ਰੋਕਰ ਦਾ ਮੈਂ ਕਦੇ ਲੋਡ ਵੀ ਨਹੀਂ ਚੱਕਿਆ। ਮਤਲਬ ਕਿ 24-25 ਸਾਲ ਮੈਂ ਕੰਮ ਕੀਤਾ, ਹਰ ਇੱਕ ਬ੍ਰੋਕਰ ਨਾਲ ਕੀਤਾ, CHP ਨਾਲ ਕੀਤਾ, ਆਪਣੇ CH ਰੋਬਰਟਸਨ ਨਾਲ ਕੀਤਾ, ਲਿਫਟ ਲੋਜਿਸਟਿਕ ਨਾਈਟ ਸਭ ਨਾਲ ਕੀਤਾ। ਹੁਣ ਤੁਸੀਂ ਕਹਿੰਦੇ ਵੀ ਤੁਹਾਡਾ FMCSA ਕੰਪਨੀ ਉਹਨੇ ਆਪਣੇ ਨਾਲ ਵਾਲੀ ਹੈ ਬੇਸਿਕਲੀ, ਇਦਾਂ ਇਹ ਸ਼ੇ ਹੁੰਦਾ? ਕਿਸੇ ਨੇ ਉੱਥੇ ਜਾ ਕੇ ਕਿਸੇ ਬੰਦੇ ਨੇ ਮੇਰਾ ਈਮੇਲ ਵੀ ਚੇਂਜ ਕਰਤਾ ਤੇ ਫੋਨ ਨੰਬਰ ਵੀ ਚੇਂਜ ਕਰਤਾ ਤੇ ਡੁਪਲੀਕੇਟ ਪੇਪਰ ਪੂਪਰ ਬਣਾ ਕੇ ਲੋਡ ਚੱਕ ਲਿਆ ਜੀ। ਅੱਛਾ, ਤੁਹਾਡੇ ਨਾਂ ਤੇ? ਠੀਕ ਆ। ਹਾਂਜੀ, ਮੈਨੂੰ ਪਤਾ ਨਹੀਂ ਵੀ ਮੇਰਾ ਲੋਡ ਚੱਕ ਹੋਇਆ। ਤੇ ਮੁੜ ਕੇ ਮੈਨੂੰ ਬ੍ਰੋਕਰ ਦੀ ਕਾਲ ਆਈ। ਉਹ ਬ੍ਰੋਕਰ ਵੀ ਨਵਾਂ ਹੀ ਆ, ਕਹਿੰਦਾ ਜੀ ਤੂੰ ਮੇਰਾ ਲੋਡ ਨਹੀਂ ਡਿਲੀਵਰ ਕੀਤਾ। ਮੈਂ ਕਿਹਾ ਵੀ ਮੈਂ ਤਾਂ ਕੋਈ ਲੋਡ ਹੀ ਨਹੀਂ ਚੱਕਿਆ। ਮੈਨੂੰ ਤਾਂ 4-5 ਸਾਲਾਂ ਨੂੰ ਮੈਂ ਤਾਂ ਕੈਲੀਫੋਰਨੀਆ 'ਚ ਬਾਹਰ ਹੀ ਨਹੀਂ ਗਿਆ ਕਦੇ, ਨਾ ਮੈਂ ਲੋਡ ਚੱਕਿਆ ਕੋਈ। ਤੇ ਕਹਿੰਦਾ ਵੀ ਤੇਰੀ ਕੰਪਨੀ ਦੀ ਤੇਰੀ ਆਹੀ ਈਮੇਲ? ਮੈਂ ਕਿਹਾ ਮੇਰੀ ਈਮੇਲ ਹੈ ਨਹੀਂ, ਮੇਰੀ ਤਾਂ 25 ਸਾਲ ਪੁਰਾਣੀ ਸੇਮ ਈਮੇਲ ਆ, ਸੇਮ ਮੇਰਾ ਫੋਨ ਆ। ਤੇ ਚਲੋ ਜੀ ਉਹ ਕਰ ਕਰਾ ਕੇ ਜੀ ਉਹ ਲੋਡ ਜਿਹੜਾ ਚੱਕ ਹੋਇਆ ਉਹ LA ਏਅਰਪੋਰਟ ਤੋਂ ਚੱਕ ਹੋਇਆ ਤੇ ਕੋਈ ਮਹਿੰਗਾ ਲੋਡ ਸੀਗਾ ਤੇ ਉਹਨਾਂ ਨੇ $500,000 ਦਾ ਕਲੇਮ ਪਾਇਆ ਜੀ ਇੰਸ਼ੋਰੈਂਸ ਤੇ। ਅੱਛਾ। ਤੇ ਇੰਸ਼ੋਰੈਂਸ ਨੇ ਉਹ ਕਲੇਮ ਵੀ ਪੇ ਕਰਤਾ, ਸਾਰਾ ਕੁਛ ਕਰਤਾ। ਮੇਰੀ ਜਿੱਦਾਂ ਉਹਨਾਂ ਨੇ 3 ਵਿੱਚ ਲਾ ਕੇ ਗੱਲਬਾਤ ਕੀਤੀ, ਤੂੰ ਇਸ ਟਾਈਮ ਕਿੱਥੇ ਸੀ? ਮੈਂ ਕਿਹਾ ਮੈਂ ਤਾਂ ਇੱਥੇ ਲੋਕਲ ਹੈ, ਮੇਰੇ ਕੋਲ ਤਾਂ ਪ੍ਰੂਫ ਹੈ ਸਾਰਾ ਕੁਛ, ਮੈਂ ਤਾਂ ਚੱਕਿਆ ਨਹੀਂ ਲੋਡ ਕੋਈ ਵੀ। ਤੇ ਚਲੋ ਇੰਸ਼ੋਰੈਂਸ ਨੇ ਮੈਨੂੰ ਕਹਿੰਦੀ ਤੈਨੂੰ ਗਾਹਾਂ ਤੋਂ ਇੰਸ਼ੋਰੈਂਸ ਨਹੀਂ ਦੇਣੀ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਤਾਂ ਹੁਣ ਵਰਤਦਾ ਵੀ ਨਹੀਂ। ਤੇ ਮੁੜ ਕੇ ਉਹਨਾਂ ਦਾ ਮੈਨੂੰ ਲੈਟਰ ਆ ਗਿਆ ਕਿ ਤੇਰਾ ਕੋਈ ਫਾਲਟ ਨਹੀਂ, ਕਿਸੇ ਨੇ ਮਤਲਬ ਕਿ ਡੁਪਲੀਕੇਟ ID ਬਣਾ ਕੇ ਜੋ ਵੀ ਕਰਕੇ ਲੋਡ ਚੱਕ ਲਿਆ ਜੀ। ਤੇ ਚਲੋ ਰਫਾ ਦਫਾ ਹੋ ਗਿਆ, ਮੈਂ ਵੀ ਨਹੀਂ ਗੋਲਿਆ। ਤੇ ਮੈਂ ਕੋਈ ਆਰਮੀ ਦਾ ਬੇਸ ਨਹੀਂ ਕੈਲੀਫੋਰਨੀਆ 'ਚ ਛੱਡਿਆ ਜਿੱਥੇ ਲੋਡ ਨਾ ਲਾਇਆ ਹੋਵੇ। ਤੇ ਪਿਛਲੇ ਮਹੀਨੇ ਮੈਂ ਗਿਆ ਜੀ ਆਪਣੇ ਆਰਮੀ ਵਾਲਿਆਂ ਦੇ, ਤੋਂ ਉਹਨਾਂ ਨੇ ਮੈਨੂੰ ਮੋੜਤਾ, ਕਹਿੰਦੇ ਤੇਰਾ ਕ੍ਰਿਮੀਨਲ ਰੈਕਡ ਆ। ਅੱਛਾ। ਮੈਂ ਕਿਹਾ ਵੀ ਮੇਰਾ ਤਾਂ ਕੋਈ ਕ੍ਰਿਮੀਨਲ ਰੈਕਡ ਹੈ ਨਹੀਂ। ਮੈਂ ਹੁਣ ਕੀਤਾ ਆ ਉਹ ਆਪਣਾ ਸਾਰਾ ਕੁਛ ਕੋਰਟ ਦੇ ਵਿੱਚ ਜਾ ਕੇ ਅਪਲਾਈ ਕੀਤੇ ਪੇਪਰ, ਤੇ ਉਹਨਾਂ ਨੇ ਉਹ ਜਾਂ ਤਾਂ ਏਅਰਪੋਰਟ ਵਾਲਿਆਂ ਨੇ ਉਹਨਾਂ ਨੇ ਉਹ ਚੱਕ ਕੇ ਮੇਰੇ ਕ੍ਰਿਮੀਨਲ ਪਾਤਾ ਕਿ ਬੰਦੇ ਨੇ ਲੋਡ ਚੋਰੀ ਕੀਤਾ। ਹਾਂਜੀ, ਉਹ ਹੁਣ ਮੇਰੇ ਰੈਕਡ ਤੇ ਪੈ ਗਿਆ ਜੀ। ਮੈਨੂੰ ਲੱਗਦਾ ਕਿ ਬ੍ਰੋਕਰ ਵੀ ਇਨਵੋਲਵ ਆ, ਕਿਉਂਕਿ ਬ੍ਰੋਕਰ ਨੇ ਉਹਨਾਂ ਨੂੰ ਕਿੱਦਾਂ $500,000 ਦਾ ਲੋਡ ਚੁਕਾਤਾ ਜਦੋਂ ਕਿ ਮੇਰੀ ਤਾਂ ਸਿਰਫ ਇੰਸ਼ੋਰੈਂਸ ਹੀ $1,00,000 ਦੀ ਹੋ ਜਾਂਦੀ। ਰਮਨ ਜੀ, ਕੀ ਇਹ ਮਸਲਾ ਹੈ? ਕਿੱਦਾਂ? ਬਿਲਕੁਲ ਰਾਜਕੀਰ, ਇਹਦੇ ਵਿੱਚ ਦੇਖੋ, ਇਹਦੇ ਵਿੱਚ ਜਿਹੜਾ ਕੇਸਿਸ ਇੱਦਾਂ ਦੇ ਹੋ ਰਹੇ ਆ ਨਾ, ਇਹਦੇ ਵਿੱਚ ਜਿਹੜੇ ਥੈਫਟ ਦੇ ਕੇਸਿਸ ਹੈਗੇ ਜਾਂ ਇੱਦਾਂ ਦੇ ਕੋਈ ਕੇਸਿਸ ਹੈਗੇ ਆ, ਉਹਨਾਂ ਦੇ ਵਿੱਚ ਡੈਫੀਨੇਟਲੀ ਜ਼ਰੂਰੀ ਨਹੀਂ ਹੁੰਦਾ ਕਿ ਕੈਰੀਅਰ ਹੀ ਇਨਵੋਲਵ ਹੈਗੇ ਆ ਉਹਦੇ 'ਚ। ਬ੍ਰੋਕਰੇਜ, ਬ੍ਰੋਕਰ ਦੇ ਏਜੰਟ, ਬ੍ਰੋਕਰੇਜ ਕੰਪਨੀਆਂ, ਜੇ ਕੈਰੀਅਰ ਫੇਕ ਕੈਰੀਅਰ ਹੈਗੇ ਜਾਂ ਕੈਰੀਅਰ ਚੋਰੀ ਕਰ ਰਹੇ ਤਾਂ ਉੱਥੇ ਬ੍ਰੋਕਰੇਜ ਵੀ ਸੈੱਟ ਹੋਈਆਂ ਨਾ, ਬ੍ਰੋਕਰੇਜ ਵੀ ਚੋਰੀ ਕਰ ਰਹੇ ਆ। ਬ੍ਰੋਕਰੇਜ ਵੀ ਇੱਦਾਂ ਦੀਆਂ ਗਲਤ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਕੰਮ ਕਰਦੀਆਂ ਹੈਗੀਆਂ। ਜ਼ਰੂਰੀ ਨਹੀਂ ਗਾ ਕਿ ਕੈਰੀਅਰ ਦੇ ਥਰੂ ਹੀ ਸਾਰਾ ਕੁਛ ਹੋ ਰਿਹਾ ਹੈਗਾ, ਕਿਉਂਕਿ ਕੈਰੀਅਰ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਹੈਗਾ ਜਦ ਕਿ ਉਹਦੇ ਨਾਲ ਬ੍ਰੋਕਰ ਪੂਰੀ ਸਹਿਮਤੀ 'ਚ ਨਾ ਹੋਵੇ ਜਾਂ ਬ੍ਰੋਕਰ ਦਾ ਕੋਈ ਏਜੰਟ ਉਹਦੀ ਸਹਿਮਤੀ 'ਚ ਨਾ ਹੋਵੇ। ਕਿਉਂਕਿ ਦੇਖੋ, ਜਿੱਦਾਂ ਹੁਣ ਇਹ ਭਾਜੀ ਹੁਣੀ ਕਹਿ ਰਹੇ ਆ ਕਿ ਜਦੋਂ ਇਹਨਾਂ ਦੀ ਕੰਪਨੀ ਦੀ ਇੰਸ਼ੋਰੈਂਸ $1,00,000 ਦੀ ਹੈ ਤੇ ਇਹਨਾਂ ਨੂੰ $5 ਲੱਖ ਦਾ ਲੋਡ ਕਿੱਦਾਂ ਤੁਸੀਂ ਚੁਕਾ ਸਕਦੇ ਆ? ਤੇ ਉਹ ਬ੍ਰੋਕਰ ਦੀ ਸਹਿਮਤੀ ਦੇ ਨਾਲ, ਅੰਦਰੋਂ ਕਿਸੇ ਦੀ ਸਹਿਮਤੀ ਨਾਲ ਹੋਇਆ ਨਾ। ਸੋ ਉਹ ਤਾਂ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ, ਬਹੁਤ ਜਿਹੜੀ ਕੰਪਨੀਜ਼ ਹੈਗੀਆਂ, ਲਾਈਕ ਇਟ ਔਰ ਨਾਟ, ਅੰਦਰੂਨੀ ਜਿਹੜਾ ਹਿੱਸੇਦਾਰੀ ਆ ਜਾਂ ਅੰਦਰੂਨੀ ਜਿਹੜੇ ਲੋਕਾਂ ਦੇ ਵਿੱਚ ਰਲਣਾ ਕੰਮ ਕਰਨਾ, ਉਹ ਡੈਫੀਨੇਟਲੀ ਹੈਗਾ। ਇਹਦੇ 'ਚ ਨਾ ਰਮਨ ਜੀ ਮੈਂ ਐਡ ਕਰਦਾ, ਇਹ ਪ੍ਰੋਬਲਮ ਥੋੜੀ ਜਿਹੀ ਭਾਜੀ ਉਹਨਾਂ ਦੀ ਵੀ ਆ। ਇਹ ਉਹ ਜਿਹੜਾ ਤੁਸੀਂ ਕਹਿੰਦੇ ਨਾ 100,000, ਉਹ ਉਹਨਾਂ ਨੇ ਝੂਠਾ ਸਰਟੀਫਿਕੇਟ ਬਣਾ ਲਿਆ ਹੋਣਾ 500,000। ਉਹ ਜੇ ਈਮੇਲ ਬਣਾ ਸਕਦੇ ਤਾਂ ਸਰਟੀਫਿਕੇਟ ਬਣਾਉਣਾ ਕਿੱਡਾ ਔਖਾ ਹੈ। ਇਹਨਾਂ ਨੂੰ ਨਾ ਇੰਸ਼ੋਰੈਂਸ ਕੰਪਨੀ ਨਾ ਉਹ ਫਾਈਟ ਕਰਨਾ ਚਾਹੀਦਾ ਸੀ, ਜਾਂ ਵਕੀਲ ਤੋਂ ਚਿੱਠੀ ਲਿਖਾਉਂਦੇ ਵੀ ਮੇਰਾ ਲੋਡ ਨਹੀਂ ਹੈ ਤੇ ਤੁਸੀਂ ਇਹਨਾਂ ਨੂੰ ਕੋਈ ਪੈਸੇ ਨਾ ਦਿਓ। ਸੋ ਜੇ ਇੰਸ਼ੋਰੈਂਸ ਕੋਲ ਲੈਟਰ ਗਿਆ ਹੁੰਦਾ, ਇੰਸ਼ੋਰੈਂਸ ਵੀ ਕਮਲੀ ਤਾਂ ਨਹੀਂ ਇੰਨੀ ਜਲਦੀ ਜਿਹੜੇ ਪੈਸੇ ਦੇ ਦਿੰਦੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਇਹ ਟੌਪ ਆਫ ਦਾ ਲਾਈਨ ਹੀ ਰਹੇ ਇੰਸ਼ੋਰੈਂਸ ਦੇ ਉੱਤੇ, ਤੇ ਇੰਸ਼ੋਰੈਂਸ ਵਾਲਿਆਂ ਨੇ ਪੈਸੇ ਦੇ ਦਿੱਤੇ, ਨਹੀਂ ਸੋਚਿਆ ਹੋਣਾ ਵੀ ਇੰਸ਼ੋਰੈਂਸ ਨੇ ਦੇਣੇ, ਪਾਪਾ ਨੂੰ ਕਿਹੜਾ ਕੋਈ ਫਰਕ ਪੈਣ ਲੱਗਾ।
ਸੋ ਇਹ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਨਾ, ਜਦੋਂ ਕੋਈ ਇਦਾਂ ਦਾ ਕਲੇਮ ਆਦਾ, ਇੰਸ਼ੋਰੈਂਸ ਕੰਪਨੀ ਨਾਲ ਫਾਈਟ ਕਰੋ, ਕਿਉਂਕਿ ਆਪਣੇ ਬੰਦੇ ਨਾ ਜਿਹੜੇ ਖਾਸ ਕਰਕੇ ਪੰਜਾਬੀਆਂ ਦੀ ਪ੍ਰੋਬਲਮ ਆ, ਕੱਲਾ ਟਰੱਕਿੰਗ ਨਹੀਂ, ਹੋਰ ਆਟੋ ਹੋਰਨਾਂ 'ਚ ਵੀ ਠੰਡੇ ਪੈ ਜਾਂਦੇ ਵੀ ਸਾਨੂੰ ਕੀ ਆ ਜੇ ਇੰਸ਼ੋਰੈਂਸ ਵਾਲੇ ਦਿੰਦੇ ਦੇਈ ਜਾਣ, ਹਨਾ। ਸੋ ਤੁਹਾਨੂੰ ਹੁਣ ਫਿਊਚਰ 'ਚ ਦੇਖੋ ਵੀ ਕੀ ਪ੍ਰੋਬਲਮ ਪਈ ਹੈਗੀ ਆ, ਹਨਾ। ਹੁਣ ਇਹ ਸੋ ਬਹੁਤ ਵੱਡੀ ਪ੍ਰੋਬਲਮ ਹਾਂਜੀ ਗੁਰਜੀਤ ਜੀ ਕੁਝ ਕਹਿਣਾ ਚਾਹੁੰਦੇ ਨੇ? ਫਾਈਟ ਕੀਤਾ ਜੀ, ਮੈਂ ਇੰਸ਼ੋਰੈਂਸ ਨੂੰ ਕਿਹਾ, ਮੈਂ ਕਿਹਾ ਤੁਸੀਂ ਕਲੇਮ ਕਿਉਂ ਦੇ ਰਹੇ ਆ ਜਦੋਂ ਮੇਰੀ ਇੰਸ਼ੋਰੈਂਸ ਹੀ $1,00,000 ਦੀ ਆ। ਤੇ ਉਹ ਕਹਿੰਦੇ ਨਹੀਂ ਸਾਨੂੰ ਹੈਵ ਟੂ ਦੇਣਾ ਪੈਣਾ। ਮੈਨੂੰ ਤਾਂ ਜਿਹੜਾ ਇੰਸ਼ੋਰੈਂਸ ਦਾ ਮੰਨ ਕੇ ਸੀਗਾ ਰਜਿਸਟਰ, ਮੈਨੂੰ ਤਾਂ ਉਹ ਵੀ ਲੱਗਦਾ ਕਿ ਸ਼ਾਇਦ ਨਾਲ ਮਿਲਿਆ ਹੋਵੇ। ਇਹਦਾ ਕੀ ਕਿੱਦਾਂ ਹੱਲ ਹੋ ਸਕਦਾ? ਮੈਨੂੰ ਵਕੀਲ ਕਰਨਾ ਪਊਗਾ ਜਿਹੜੇ ਚਾਰजेस ਦੇ ਲਈ ਤਾਂ? ਹਾਂਜੀ ਬਿਲਕੁਲ ਜੀ, ਜੇ ਚਾਰजेस ਲੱਗੇ ਆ, ਇਹ ਵੇਖੋ ਵੀ ਕਿੱਥੇ ਲਾਏ ਆ, ਕਿਹੜੀ ਜੁਰਿਸਡਿਕਸ਼ਨ 'ਚ ਹੈਗੇ ਆ, ਉਹ ਪਤਾ ਕਰਾਓ। ਹੁਣ ਇਹ ਪਤਾ ਲੱਗਣਾ ਪੈਣਾ, ਕਿਉਂਕਿ ਜੇ ਮਿਲਟਰੀ ਵਾਲਿਆਂ ਨੂੰ ਸ਼ੋ ਹੋ ਰਿਹਾ ਹੈ, ਆਪਣਾ ਰੈਕਡ ਕਢਾ ਕੇ ਚੈੱਕ ਕਰੋ, ਦੈਨ ਫਾਈਟ ਇਟ। ਬਿਲਕੁਲ ਮੈਂ ਪਾਤਾ, ਉਹ ਤਾਂ ਮੈਂ ਆਲਰੇਡੀ ਐਪਲੀਕੇਸ਼ਨ ਪਾਤੀ ਆ, ਮੇਰੇ ਫਿੰਗਰਪ੍ਰਿੰਟ ਹੋ ਗਏ ਆ, ਉਹ ਮੈਨੂੰ ਹੁਣ ਆ ਜਾਣਾ। ਪਰ ਉਹਦੇ ਲਈ ਜਿੱਦਾਂ ਕੋਈ ਵਕੀਲ ਆਪਣਾ ਕੋਈ ਤੁਸੀਂ ਰეკਮੈਂਡ ਕਰ? ਹਾਂਜੀ ਰਮਨ ਜੀ, ਆਈ ਡੋਂਟ ਨੋ ਵੀ ਇਹੋ ਜਿਹੀਆਂ ਚੀਜ਼ਾਂ ਦੇ ਲਈ ਕਿਹੜੇ ਵਕੀਲ ਜਾਂ ਕਿੱਦਾਂ ਜਾਂ ਕਿੱਥੇ ਉਹ ਸਰਚ ਕਰ ਸਕਦੇ ਆ। ਇੱਕ ਐਵੋ ਕਰਕੇ ਵੈਬਸਾਈਟ ਹੁੰਦੀ ਆ, ਜਿੱਥੇ ਵਕੀਲਾਂ ਦੇ ਬਾਰੇ ਰਾਏ ਦਿੱਤੀ ਗਈ ਹੁੰਦੀ ਆ। ਤੁਸੀਂ ਉੱਥੇ ਵੀ ਮੇਬੀ ਸਰਚ ਕਰ ਸਕਦੇ ਆ, ਜਾਂ ਆਨਲਾਈਨ ਸਰਚ ਕਰੋ ਵੀ ਕੌਣ ਇੱਦਾਂ ਦੇ ਕੇਸ ਜਿਹੜੇ ਉਹ ਫਾਈਟ ਤੁਹਾਡੇ ਲਈ ਕਰ ਸਕਦਾ ਹੈਗਾ ਆ। ਤੇ ਬਾਕੀ ਰਮਨ ਹੁਣਾਂ ਨੂੰ ਬਾਅਦ 'ਚ ਕਾਲ ਕਰਕੇ ਦੇਖ ਲਿਓ, ਇਫ ਦੇ ਹੈਵ ਸਮਥਿੰਗ, ਉਹ ਤੁਹਾਡੇ ਨਾਲ ਤੁਹਾਨੂੰ ਦੱਸ ਦੇਣਗੇ ਜੀ। ਥੈਂਕ ਯੂ ਭਾਜੀ ਕਾਲ ਤੇ। ਇਹਦੇ 'ਚ ਨਾ ਇੱਕ ਹੋਰ ਮੈਂ ਐਡ ਕਰਦਾ ਜਾਵਾਂ ਆਪਣੇ ਸਰੋਤਿਆਂ ਦੇ ਲਈ, ਜਿੱਦਾਂ ਭਾਜੀ ਉਹਨੇ ਚਾਰजेस ਨਹੀਂ ਇਹਨਾਂ ਦੇ ਕੋਈ ਲਾਏ। ਜਿੱਦਾਂ ਆਪਾਂ ਲੋਨ ਲੈਂਦੇ ਆ, ਰਾਈਟ, ਉਹਦੇ ਲਈ ਜਿਹੜੀਆਂ 3 ਏਜੰਸੀਜ਼ ਹੈਗੀਆਂ ਸਕੋਰਿੰਗ ਦੀਆਂ, ਇਕੁਈਫੈਕਸ ਵਗੈਰਾ ਜਿਹੜੀਆਂ ਹੈਗੀਆਂ, ਉਹ ਕ੍ਰੈਡਿਟ ਦੇ ਵਿੱਚ ਪਾ ਦਿੰਦੀਆਂ। ਸੋ ਇੱਦਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਆ, ਜੇ ਤੁਸੀਂ ਕਿਤੇ ਮੰਨ ਲਓ ਵੀ ਕਿਸੇ ਨੇ ਚੋਰੀ ਕਰ ਲਈ ਕਾਰ, ਜਾਂ ਕਾਰ ਨੂੰ ਅੱਗ ਲਾਤੀ, ਜਾਂ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਇਹ ਜਿਹੜਾ ਕਲੇਮ ਸੀ ਇਹ ਗਲਤ ਸੀ, ਫਰਾਡ ਕਲੇਮ ਸੀ। ਸੋ ਇੱਕ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ, ਉਹਨਾਂ ਦਾ ਇੱਕ ਸਾਈਟ ਹੈਗਾ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੀ ਯੂਜ਼ ਕਰਦੀਆਂ ਹੈਗੀਆਂ। ਉਹਦੇ ਵਿੱਚ ਉਹ ਬੰਦੇ ਦਾ ਨਾਮ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ, ਲਾਇਸੈਂਸ ਸਾਰਾ ਕੁਝ ਪਾ ਦਿੰਦੇ ਆ। ਸੋ ਜਦੋਂ ਉਹਨਾਂ ਨੇ ਹੋਰ ਕਿਤੇ ਇੰਸ਼ੋਰੈਂਸ ਟਰਾਈ ਕਰਨੀ ਆ, ਉਹਦੀ ਨਾ ਕਰ ਦੇਣੀ ਆ ਵੀ ਨਹੀਂ ਅਸੀਂ ਤੁਹਾਨੂੰ ਦੇ ਨਹੀਂ ਸਕਦੇ, ਐਕਸਪਲੇਨ ਨਹੀਂ ਕਰਦੇ ਉਹ, ਪਰ ਉਹਨਾਂ ਦੇ ਕੋਲੋਂ ਰੈਕਡ ਗਿਆ ਵੀ ਤੁਹਾਡਾ ਜਿਹੜਾ ਆਹ ਬੈਡ ਰੈਕਡ ਹੋਇਆ ਹੈਗਾ। ਨਹੀਂ, ਪਰ ਇਹਨਾਂ ਨੂੰ ਤਾਂ ਮਿਲਟਰੀ ਬੇਸ ਤੋਂ, ਆਰਮੀ ਬੇਸ ਤੋਂ ਵਾਪਸ ਮੋੜ ਕੇ ਘੱਲਿਆ ਨਾ ਵੀ ਤੁਹਾਡੇ ਤੇ ਕ੍ਰਿਮੀਨਲ ਚਾਰਜ। ਹਾਂ, ਸੋ ਉਹਨਾਂ ਦਾ ਵੀ ਜਾਂ ਕੋਈ ਨਾ ਕਿਤੇ ਕਨੈਕਸ਼ਨ ਹੋਊਗਾ ਉਸ ਸਾਈਟ ਨਾਲ। ਕਹਿੰਦੇ ਵੀ ਹੁਣ ਫਿੰਗਰਪ੍ਰਿੰਟ ਕਰਾਏ ਆ, ਸੋ ਪਤਾ ਲੱਗੂਗਾ ਵੀ ਜੇ ਕੁਝ ਹੈਗਾ ਜੀ।